Hello everyone, this is Vanna Sindhi and welcome to my YouTube channel. ਅੱਜ ਆਪਾਂ ਜਨਰੇਸ਼ਨਸ ਆਫ ਕੰਪਿਊਟਰਸ ਦੇ ਬਾਰੇ ਵਿੱਚ ਡਿਟੇਲ ਨਾਲ ਗੱਲ ਕਰਾਂਗੇ। ਬੇਸਿਕਲੀ ਜਨਰੇਸ਼ਨ ਕੀ ਹੈ? ਉਹ ਕਹਿ ਰਹੇ ਕਿ ਅ ਜਨਰੇਸ਼ਨ ਆਫ ਕੰਪਿਊਟਰਸ ਕੰਪਿਊਟਰ ਦੀ ਜੋ ਜਨਰੇਸ਼ਨ ਹੈ ਰੈਫਰਸ ਟੂ ਦ ਸਪੈਸਿਫਿਕ ਇੰਪਰੂਵਮੈਂਟ ਇਨ ਕੰਪਿਊਟਰ ਟੈਕਨੋਲੋਜੀ ਵਿਦ ਟਾਈਮ। ਉਹ ਕਹਿ ਰਹੇ ਟਾਈਮ ਦੇ ਨਾਲ ਨਾ ਕੰਪਿਊਟਰ ਟੈਕਨੋਲੋਜੀ ਦੇ ਵਿੱਚ ਜੋ ਇੰਪਰੂਵਮੈਂਟਸ ਹੋਈਆਂ ਉਸਨੂੰ ਆਪਾਂ ਕੀ ਕਹਿੰਦੇ ਆ ਜਨਰੇਸ਼ਨਸ ਆਫ ਕੰਪਿਊਟਰਸ। In 1946, electronic pathways called circuits were developed to perform the counting. ਜਿਹੜੇ 1946 ਦੇ ਵਿੱਚ ਨਾ ਕੁਝ ਸਰਕਿਟ ਡਿਵੈਲਪ ਕੀਤੇ ਗਏ ਸੀ ਜਿਹਨੂੰ ਆਪਾਂ ਕਾਊਂਟਿੰਗ ਦੇ ਲਈ ਯੂਜ਼ ਕਰ ਰਹੇ ਸੀ। ਉਹਨਾਂ ਨੇ ਰਿਪਲੇਸ ਕੀਤਾ ਸੀ ਗੇਅਰਸ ਨੂੰ ਤੇ ਜਿਹੜੇ ਦੂਜੇ ਮਕੈਨੀਕਲ ਪਾਰਟ ਸੀ ਜਿਵੇਂ ਆਪਾਂ ਪਾਸਕਲ ਲਾਈਨ ਪੜ੍ਹਿਆ ਸੀ, ਨੇਪੀਅਰਸ ਬੋਨ ਸੀਗਾ, ਠੀਕ ਹੈ, ਤੇ ਡਿਫਰੈਂਸ਼ੀਅਲ ਇੰਜਨ ਸੀ। ਉਹ ਕੀ ਕਹਿ ਰਹੇ ਕਿ ਉਹਨੂੰ ਰਿਪਲੇਸ ਕਰਤਾ ਆਪਾਂ ਨੇ ਪ੍ਰੀਵੀਅਸ ਕੰਪਿਊਟਿੰਗ ਜੋ ਮਸ਼ੀਨਸ ਯੂਜ਼ ਕਰਦੀਆਂ ਸੀ। In each new generation, the circuits become smaller and more advanced than the previous generation circuit. कह रहे कि जो नवी जनरेशन आ रही सी ਤਾਂ ਸਰਕਿਟ ਦਾ ਜੋ ਸਾਈਜ਼ ਸੀ ਉਹ ਕੀ ਹੋ ਰਿਹਾ ਸੀ, ਬਹੁਤ ਸਮੋਲ ਹੋ ਰਿਹਾ ਸੀ ਤੇ ਉਹ ਪਹਿਲੇ ਤੋਂ ਜ਼ਿਆਦਾ ਐਡਵਾਂਸ ਹੋ ਰਿਹਾ ਸੀ, ਠੀਕ ਹੈ। ਦ ਮਿਨੀਏਸ਼ਨ ਹੈਲਪ ਇਨਕਰੀਜ਼ ਦ ਸਪੀਡ। ਕਹ ਰਹੇ ਮਿਨੀਏਸ਼ਨ ਕੀ ਹੈ ਕਿ ਜੋ ਛੋਟਾ ਕਰਨਾ, ਮਤਲਬ ਕਹਿੰਦੇ ਨੇ ਕੰਪਰੈਸ ਕੀਤਾ ਮੈਨੇ ਇਸ ਚੀਜ਼ ਨੂੰ, ਤਾਂ ਉਹ ਕੰਪਰੈਸ਼ਨ ਹੈ ਜੋ ਉਸਨੇ ਹੈਲਪ ਕੀ ਕੀਤਾ ਕਿ ਆਪਾਂ ਨੇ ਸਪੀਡ ਨੂੰ ਇੰਪਰੂਵ ਕਰਤਾ, ਮੈਮਰੀ ਨੂੰ ਵੀ ਇੰਪਰੂਵ ਕੀਤਾ ਤੇ ਕੀ ਕੀਤਾ ਜੋ ਪਾਵਰ ਹੈ ਨਾ ਕੰਪਿਊਟਰਸ ਦੀ ਉਹ ਵੀ ਇੰਪਰੂਵ ਹੋ ਗਈ, ਠੀਕ ਹੈ। ਕਿਉਂਕਿ ਕਹ ਰਹੇ ਦੇਰ ਆਰ 5 ਜਨਰੇਸ਼ਨ ਆਫ ਕੰਪਿਊਟਰ ਵਿਚ ਆਰ ਡਿਸਕ੍ਰਾਈਬਡ ਬਿਲੋ। ਹੁਣ ਕੰਪਿਊਟਰ ਦੀਆਂ ਟੋਟਲ 5 ਜਨਰੇਸ਼ਨਸ ਹੈ ਜਿਸਨੂੰ ਉਹਨਾਂ ਨੇ ਇਸ ਤਰ੍ਹਾਂ ਡਿਸਕ੍ਰਾਈਬ ਕੀਤਾ ਹੈ। ਦੇਖੋ ਜੀ, ਫਰਸਟ ਜਨਰੇਸ਼ਨ ਕੰਪਿਊਟਰ ਜੋ ਬਹੁਤ ਬੜੇ ਹੈ, ਕੁਛ ਰੂਮਸ ਦੇ ਵਿੱਚ ਇਹਨਾਂ ਨੂੰ ਇੰਸਟਾਲ ਕੀਤਾ ਜਾਂਦਾ ਸੀ। ਸੈਕਿੰਡ ਜਨਰੇਸ਼ਨ ਦੇ ਵਿੱਚ ਦੇਖੋ ਸਾਈਜ਼ ਕੀ ਹੋ ਗਿਆ, ਛੋਟਾ ਹੋ ਗਿਆ, ਸਪੀਡ ਨੂੰ ਇਨਕਰੀਜ਼ ਕੀਤੀ ਤੇ ਮੈਮਰੀ ਵੀ ਇਨਕਰੀਜ਼ ਹੋ ਗਈ। ਹੁਣ ਥਰਡ ਜਨਰੇਸ਼ਨ ਹੈ ਆਪਣੇ ਕੋਲ, ਇਹਦੇ ਵਿੱਚ ਦੇਖੋ ਜੋ ਬੇਸਿਕ ਪੀਸੀ ਜੋ ਤੁਸੀਂ ਡੈਸਕਟਾਪ ਦੇਖਦੇ ਹੋ ਹੈ ਨਾ, ਉਸਦਾ ਜੋ ਸਟਰਕਚਰ ਹੈ ਉਹ ਥਰਡ ਜਨਰੇਸ਼ਨ ਤੋਂ ਸਟਾਰਟ ਹੋਇਆ ਤੇ ਫਿਰ ਫੋਰਥ ਜਨਰੇਸ਼ਨ, ਦੈਨ ਫਿਫਥ ਜਨਰੇਸ਼ਨ, ਠੀਕ ਹੈ। ਫਿਫਥ ਜਨਰੇਸ਼ਨ ਜੋ ਲੈਪਟਾਪਸ, ਟੈਬਲੇਟਸ ਆਪਾਂ ਯੂਜ਼ ਕਰ ਰਹੇ ਹਾਂ ਉਹ ਸਾਰੇ ਫਿਫਥ ਜਨਰੇਸ਼ਨ ਦੇ ਅੰਡਰ ਹੀ ਆ ਰਹੇ ਹੈ। ਦੇਖੋ ਜਨਰੇਸ਼ਨ ਤੁਸੀਂ ਨੋਰਮਲੀ ਦੇਖੋ ਕਿ ਮੋਬਾਈਲ ਫੋਨ, ਅਗਰ ਆਪਾਂ ਪਹਿਲੇ ਵਾਲੇ ਫੋਨ ਦੀ ਗੱਲ ਕਰੀਏ ਤਾਂ ਨੋਰਮਲ ਫੋਨ ਹੁੰਦਾ ਸੀ ਬਟਨਸ ਵਾਲਾ, ਠੀਕ ਹੈ, ਉਹਦੇ ਵਿੱਚ ਜ਼ਿਆਦਾ ਫੀਚਰਸ ਨਹੀਂ ਹੁੰਦੇ ਸੀ। ਪਰ ਜਿਵੇਂ ਜਿਵੇਂ ਟਾਈਮ ਪਾਸ ਹੋ ਰਿਹਾ, ਠੀਕ ਹੈ, ਟੈਕਨੋਲੋਜੀ ਇੰਪਰੂਵ ਹੋਈ, ਹੁਣ ਆਪਣੇ ਕੋਲ ਦੇਖੋ ਜੋ ਫੋਨ ਜਾਂ ਬਹੁਤ ਜ਼ਿਆਦਾ ਕੀ ਹੈ, ਹੈਂਡੀ ਹੈ, ਠੀਕ ਹੈ। ਤੁਸੀਂ ਟੱਚ ਸਕਰੀਨ ਵਾਲਾ ਮੋਬਾਈਲ ਫੋਨ ਯੂਜ਼ ਕਰ ਰਹੇ ਹੋ, ਸਮਾਰਟਫੋਨਸ, ਆਈਫੋਨਸ, ਠੀਕ ਹੈ, ਤੇ ਉਹਦੇ ਵਿੱਚ ਜੋ ਮੈਮਰੀ ਔਰ ਸਪੀਡ ਹੈ ਉਹ ਬਹੁਤ ਜ਼ਿਆਦਾ ਐਡਵਾਂਸ ਔਰ ਐਨਹੈਂਸ ਕੀਤੀ ਗਈ ਹੈ, ਠੀਕ ਹੈ। ਤੇ ਇਹ ਵੀ ਜਨਰੇਸ਼ਨਸ ਆਫ ਮੋਬਾਈਲਸ ਹੋ ਗਏ, ਠੀਕ ਹੈ, ਕਿਉਂਕਿ ਟੈਕਨੋਲੋਜੀ ਚੇਂਜ ਹੋ ਰਹੀ ਹੈ ਡੇ ਬਾਈ ਡੇ। ਓਕੇ, ਚਲੋ ਪੜ੍ਹੀਏ ਹੁਣ ਆਪਾਂ ਫਰਸਟ ਜਨਰੇਸ਼ਨ ਦੇ ਬਾਰੇ ਵਿੱਚ, ਠੀਕ ਹੈ। ਦੇਖੋ ਜੀ, ਫਰਸਟ ਜਨਰੇਸ਼ਨ ਕੰਪਿਊਟਰਸ, ਤਾਂ ਫਰਸਟ ਜਨਰੇਸ਼ਨ ਕੰਪਿਊਟਰਸ ਤੇ ਇਹਨਾਂ ਦਾ ਟਾਈਮ ਡਿਊਰੇਸ਼ਨ ਸੀ 1946 to 1959। ਕਿਹੜੇ ਬਹੁਤ ਜ਼ਿਆਦਾ ਸਲੋ ਯੂਜ ਤੇ ਐਕਸਪੈਂਸਿਵ ਸੀ, ਸਲੋ ਸੀਗੇ, ਬਹੁਤ ਵੱਡੇ ਤੇ ਬਹੁਤ ਜ਼ਿਆਦਾ ਮਹਿੰਗੇ ਕੰਪਿਊਟਰਸ। In these computers, vacuum tubes were used as the basic components of CPU and memory। ਕਹ ਰਹੇ ਇਹ ਵਾਲੇ ਕੰਪਿਊਟਰਸ ਦੇ ਵਿੱਚ ਨਾ ਆਪਾਂ ਵੈਕਿਊਮ ਟਿਊਬਸ ਨੂੰ ਯੂਜ਼ ਕਰਦੇ ਹੁੰਦੇ ਸੀ, ਠੀਕ ਹੈ, ਐਜ਼ ਅ ਬੇਸਿਕ ਕੰਪੋਨੈਂਟਸ ਆਫ CPU ਐਂਡ ਮੈਮਰੀ। ਆਹ ਦੇਖੋ ਵੈਕਿਊਮ ਟਿਊਬਸ, ਠੀਕ ਹੈ, ਪਿਕਚਰ ਦੇ ਵਿੱਚ ਦਿਖਾਇਆ ਗਿਆ ਹੈ। ਦਿਸ ਇਜ਼ ਦ ਵੈਕਿਊਮ ਟਿਊਬ, ਜਿਹਦਾ ਸਾਈਜ਼ ਤੁਸੀਂ ਦੇਖੋ ਕਿੰਨਾ ਵੱਡਾ ਹੈ। ਓਬਵੀਅਸਲੀ ਅਗਰ ਤੁਸੀਂ ਇੱਕ ਬਹੁਤ ਬੜੀ ਚੀਜ਼ ਆਪਣੇ ਸਰਕਿਟ ਦੇ ਵਿੱਚ ਐਡ ਕੀਤੀ ਹੈ ਤਾਂ ਉਹਦਾ ਸਾਈਜ਼ ਵੀ ਕੀ ਹੋ ਜਾਏਗਾ, ਵੱਡਾ ਹੋ ਜਾਏਗਾ। These computers were mainly dependent on batch operating system and punch cards। देखो जो ਅੱਜ ਦੇ ਕੰਪਿਊਟਰਸ ਹੈ ਆਪਾਂ ਕੀ ਯੂਜ਼ ਕਰਦੇ ਹਾਂ, ਵਿੰਡੋ, ਮੈਕ ਆਪਰੇਟਿੰਗ ਸਿਸਟਮ, ਜੋ ਬੰਟੋ ਆਪਰੇਟਿੰਗ ਸਿਸਟਮ, ਬਟ ਉਸ ਟਾਈਮ ਦੇ ਆਪਰੇਟਿੰਗ ਸਿਸਟਮ ਕੀ ਯੂਜ਼ ਕਰਦੇ ਹੁੰਦੇ ਸੀ, ਬੈਚ ਆਪਰੇਟਿੰਗ ਸਿਸਟਮ ਤੇ ਪੰਚ ਕਾਰਡ ਯੂਜ਼ ਕੀਤੇ ਜਾਂਦੇ ਸੀ। ਹੁਣ ਬੈਚ ਆਪਰੇਟਿੰਗ ਸਿਸਟਮ ਕੀ ਹੁੰਦਾ ਹੈ, ਜਿਹਦੇ ਵਿੱਚ ਨਾ ਆਪਾਂ ਹਰ ਇੱਕ ਟਾਈਪ ਦੀ ਜੋ ਜੌਬ ਹੈ, ਜਿਵੇਂ ਸਪੋਜ਼ ਕਰੋ ਕਿ ਆਪਾਂ ਪ੍ਰਿੰਟ ਕਮਾਂਡ ਦੇਣੀ ਹੈ ਜਾਂ ਫਿਰ ਆਪਾਂ ਕੁਝ ਕੈਲਕੂਲੇਸ਼ਨ ਕਰਨਾ ਹੈ, ਤੇ ਜਿਵੇਂ ਜਿਵੇਂ ਆਪਣੇ ਕੋਲ ਜੋ ਜੌਬਸ ਹੈ ਉਸਨੂੰ ਆਪਾਂ ਨੇ ਇਕੱਠਾ ਕਰਕੇ ਇੱਕ ਬੈਚ ਬਣਾਤਾ। ਜਿਵੇਂ ਸਪੋਜ਼ ਕਰੋ ਕਿ ਪ੍ਰਿੰਟ ਆਊਟਸ ਲੈਣ ਦੇ ਲਈ ਆਪਾਂ ਨੇ ਪ੍ਰਿੰਟ ਆਊਟ ਦੀ ਕਾਪੀ ਨੰਬਰ 1, ਦੈਨ 2, ਦੈਨ 3, ਉਹ ਸਾਈਮਲਟੇਨੀਅਸਲੀ ਚੱਲਦੀਆਂ ਰਹਿਣਗੀਆਂ ਤੇ ਇਸਨੂੰ ਆਪਾਂ ਕਹਿੰਦੇ ਹਾਂ ਬੈਚ ਆਪਰੇਟਿੰਗ ਸਿਸਟਮ, ਠੀਕ ਹੈ। ਤੇ ਇਨਪੁਟ ਨੂੰ ਪੰਚ ਕਾਰਡ ਦੇ ਥਰੂ ਰੀਡ ਕਰਾਇਆ ਜਾਂਦਾ ਸੀ। ਮੈਗਨੈਟਿਕ ਟੇਪ ਐਂਡ ਪੇਪਰ ਟੇਪ ਵਰ ਯੂਜ਼ਡ ਐਜ਼ ਦਾ ਆਊਟਪੁੱਟ ਐਂਡ ਦਾ ਇਨਪੁੱਟ devices in this generation, ਠੀਕ ਹੈ। ਤੇ ਹੁਣ some of the popular first generation computers are, ਇਹ ਇੰਪੋਰਟੈਂਟ ਹੈ, ਕਈ ਵਾਰ MCQs ਆ ਜਾਂਦਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਫਰਸਟ ਜਨਰੇਸ਼ਨ ਕੰਪਿਊਟਰ ਸੀਗਾ।
ਤੇ ਫਰਸਟ ਇਜ਼ ENIAC, ਇਹਦੀ ਫੁੱਲ ਫਾਰਮ ਕੀ ਹੈ? ਇਲੈਕਟ੍ਰੋਨਿਕ ਨੂਮੈਰਿਕਲ ਇੰਟੀਗ੍ਰੇਟਰ ਐਂਡ ਕੰਪਿਊਟਰ। ਸੈਕਿੰਡ ਇਜ਼ EDVAC, that is electronic, D for discrete, V for variable, A is automatic and C is computer. Then UNIVAC, universal automatic computer, ਇਹਦੀ full form ਪੁੱਛੀ ਵੀ ਜਾਂਦੀ ਹੈ, ਠੀਕ ਹੈ। ਨੈਕਸਟ ਆਇਆ IBM 701 ਐਂਡ IBM 65। ਇਹ ਤਿੰਨ ਤਾਂ ਬਹੁਤ ਇੰਪੋਰਟੈਂਟ ਹੈਗੀਆਂ, ਕੰਪਿਊਟਰ ਐਬਰੀਵੀਏਸ਼ਨਸ ਦੇ ਵਿੱਚ ਵੀ ਇਹਨਾਂ ਨੂੰ ਕਈ ਵਾਰ ਪੁੱਛ ਲਿਆ ਜਾਂਦਾ ਹੈ, ਠੀਕ ਹੈ। ਦਿਸ ਇਜ਼ ਵੈਰੀ ਇੰਪੋਰਟੈਂਟ, ठीक है। Now we move towards the second generation computer, ठीक है। The second generation 1959 to 1965 was an era of the transistor computer। देखो पहले ਆਪਾਂ यूज कर रहे ਸੀਗੇ ਵੈਕਿਊਮ ਟਿਊਬਸ ਜਿਨ੍ਹਾਂ ਦਾ ਸਾਈਜ਼ ਬਹੁਤ ਬੜਾ ਸੀ। ਹੁਣ ਵੈਕਿਊਮ ਟਿਊਬਸ ਨੂੰ ਰਿਪਲੇਸ ਕਰਕੇ ਆਪਾਂ ਨੇ ਕੀ ਯੂਜ਼ ਕੀਤਾ? ਟਰਾਂਜ਼ਿਸਟਰ। ਦੇਖੋ ਇਹਦਾ ਸਾਈਜ਼ ਕਿੰਨਾ ਰਿਡਿਊਸ ਹੋ ਜਾਏਗਾ, ਡਿਵਾइस ਕੋਈ ਕੀ ਹੈ? ਬਹੁਤ ਛੋਟਾ ਡਿਵਾइस। These computers use transistors which were cheap, कि सस्ते हो गए, compact, छोटे, and consuming the less power. It made transistor computer faster than the first generation computer। देखो सस्ते, छोटे ਤੇ ਘੱਟ ਪਾਵਰ ਲੈ ਰਹੇ ਹੈ, ਕਿਉਂਕਿ ਉਹ ਤਾਂ ਬਹੁਤ ਜ਼ਿਆਦਾ ਪਾਵਰ ਲੈ ਰਹੇ ਸੀਗੇ ਤੇ ਇਹ ਬਹੁਤ ਘੱਟ ਪਾਵਰ ਲੈ ਰਿਹਾ ਹੈ। ਇਸਨੇ ਕੀ ਬੋਲਿਆ? ਜੋ ਟਰਾਂਜ਼ਿਸਟਰਸ ਯੂਜ਼ ਕਰਨ ਲੱਗੇ ਆਪਾਂ ਕੰਪਿਊਟਰ ਦੇ ਵਿੱਚ, ਤਾਂ ਇਹਦੀ ਸਪੀਡ ਕੀ ਹੋਗੀ? ਫਾਸਟਰ ਹੋਗੀ ਐਜ਼ ਕੰਪੇਅਰ ਟੂ ਦ first generation computers। In this generation, magnetic cores were used as the primary memory and magnetic disks and tapes were used as a secondary storage। ਹੁਣ ਇਹਦੇ ਵਿੱਚ ਕੀ ਹੋਇਆ? ਜੋ magnetic cores ਹੈ ਆਪਣੀਆਂ ਉਹ ਯੂਜ਼ ਕੀਤੀਆਂ ਗਈਆਂ ਐਜ਼ ਅ ਪ੍ਰਾਇਮਰੀ ਮੈਮਰੀ ਤੇ ਮੈਗਨੈਟਿਕ ਡਿਸਕ ਤੇ ਜੋ ਟੇਪਸ ਹੈ, ਠੀਕ ਹੈ, ਇਹਨੂੰ ਆਪਾਂ ਐਜ਼ ਅ ਸੈਕੰਡਰੀ ਸਟੋਰੇਜ ਲੈ ਲਿਆ। ਅਸੈਂਬਲੀ ਲੈਂਗੁਏਜ ਐਂਡ ਪ੍ਰੋਗਰਾਮਿੰਗ ਲੈਂਗੁਏਜਸ ਲਾਈਕ COBOL ਐਂਡ FORTRAN, ਠੀਕ ਹੈ। ਹੁਣ ਇਹਦੇ ਵਿੱਚ ਪ੍ਰੋਗਰਾਮਿੰਗ ਲੈਂਗੁਏਜ ਕਿਹੜੀਆਂ ਆਈਆਂ ਸੈਕਿੰਡ ਜਨਰੇਸ਼ਨ ਦੇ ਵਿੱਚ? COBOL, that is common oriented business languages, ਤੇ FORTRAN, formula translation, ਠੀਕ ਹੈ। Batch processing ਤੇ multi programming operating system were used in this computers। Some of the most popular second generation computers are IBM 16V, IBM 7094, CDC 1604, CDC 3600 and UNIVAC 1108, right? Transistors ਬਾਰੇ ਗੱਲ ਕਰ ਰਿਹਾ ਹੈ ਬੇਸਿਕਲੀ। ਆਪਾਂ ਨੂੰ ਨਾ ਬੇਸਿਕਲੀ ਡਾਇਰੈਕਟ ਕੁਐਸਚਨ ਆਉਂਦਾ ਹੈ, ਫਰਸਟ ਜਨਰੇਸ਼ਨ ਕੰਪਿਊਟਰ ਬੇਸਡ ਔਨ ਵਿਚ ਟੈਕਨੋਲੋਜੀ, ਸੈਕਿੰਡ ਜਨਰੇਸ਼ਨ ਕੰਪਿਊਟਰ ਬੇਸਡ ਔਨ ਵਿਚ ਟੈਕਨੋਲੋਜੀ, ਤਾਂ ਸਿੰਪਲ ਆਂਸਰ ਰਹੇਗਾ ਕਿ ਟਰਾਂਜ਼ਿਸਟਰਸ। ਓਕੇ, ਇਸ ਟਾਈਪ ਦੇ ਕੁਐਸਚਨਸ ਵੀ ਡਾਇਰੈਕਟਲੀ ਆਸਕ ਹੁੰਦੀਆਂ। ਨਾਓ ਵੀ ਮੂਵ ਟੂਵਰਡ ਦ ਥਰਡ ਜਨਰੇਸ਼ਨ ਕੰਪਿਊਟਰ, ਦੈਟ ਇਜ਼ ਤੀਜੀ ਪੀੜ੍ਹੀ ਦੇ ਕੰਪਿਊਟਰ। ਹੁਣ ਕੀ ਕਹਿ ਰਿਹਾ ਹੈ कि the third generation computer use the integrated circuits instead of the transistors। ਹੁਣ transistors ਦੀ replacement ਆ ਗਈ, that is ICs, ਜਿਸਦੀ full form ਕੀ ਹੈ? integrated circuit। ਇਹ ਬਹੁਤ important ਹੈ। ਆ ਜੋ ਮੈਂ ਤਾਂ highlighted text ਹੈ ਨਾ, ਇਸ ਦੇ basis ਤੇ questions ਆਉਂਦੇ ਆ, ਠੀਕ ਹੈ। A single IC can pack huge number of transistors which increase the power of a computer and reduce the cost। same ਉਸਨੇ ਕੀ ਬੋਲਾ? ICs ਦੇ ਵਿੱਚ ਕੀ ਹੈ? ਆਪਾਂ ਨੇ ਟਰਾਂਜ਼ਿਸਟਰਸ ਨੂੰ ਪੈਕ ਕਰਾ, ਠੀਕ ਹੈ, ਤੇ ਇਹਦੇ ਨਾਲ ਜੋ ਕੋਸਟ ਹੈ ਕੰਪਿਊਟਰ ਦੀ ਉਹ ਕੀ ਹੋ ਗਈ? ਘਟ ਗਈ, ਕੰਪਿਊਟਰ ਸਸਤਾ ਹੋ ਗਿਆ। The computers can also become more reliable, efficient and smaller in size। ਦੇਖੋ ਜੀ ਰਿਲਾਇਬਲ ਹੋ ਗਿਆ, ਐਫੀਸ਼ੀਐਂਟ ਹੋ ਗਿਆ ਤੇ ਸਮੋਲ ਹੋ ਗਿਆ ਸਾਈਜ਼ ਦੇ ਵਿੱਚ। ਹੁਣ ਛੋਟਾ ਕੰਪਿਊਟਰ ਬਣਿਆ ਹੈ। These generation computer use the remote processing, time sharing, multi programming as operating system। ਦੇਖੋ ਇਹਦੇ ਵਿੱਚ ਬਹੁਤ ਜ਼ਿਆਦਾ ਐਡਵਾਂਸਮੈਂਟ ਹੋ ਗਈ, ਠੀਕ ਹੈ, ਤੇ ਇਹਦੇ ਵਿੱਚ ਆਪਾਂ ਹਾਈ ਲੈਵਲ ਪ੍ਰੋਗਰਾਮਿੰਗ ਲੈਂਗੁਏਜ ਜਿਵੇਂ FORTRAN 2 to 4, ਠੀਕ ਹੈ, COBOL ਹੈ, ਪਾਸਕਲ ਹੈ, ਐਲਗੋਲ ਹੈ, that were used in this generation। ਤੇ ਇਹਦੇ ਵਿੱਚ ਕਿਹੜੇ ਕੰਪਿਊਟਰ ਫੇਮਸ ਹੋਏ? IBM 360 series, Honeywell 6000 series, PDP, that is personal data processor। ਇਹਦੀ full form ਪੁੱਛੀ ਜਾ ਸਕਦੀ, what is the full form of PDP? that is personal data processor। IBM 370 by 168 ਤੇ TDC 316। this is important, ਠੀਕ ਹੈ। ਤੇ ਇਹਦੇ ਵਿੱਚ ਹੋਰ ਕੁਐਸਚਨ ਕੀ ਬਣ ਸਕਦਾ ਹੈ ਕਿ ਜੋ ਥਰਡ ਜਨਰੇਸ਼ਨ ਦੇ ਕੰਪਿਊਟਰ ਸੀ ਉਹ ਕਿਹੜੇ ਆਪਰੇਟਿੰਗ ਸਿਸਟਮ ਤੇ ਬੇਸ ਸੀ? ਤਾਂ ਆਪਣਾ ਆਨਸਰ ਕੀ ਹੈ? ਰਿਮੋਟ ਪ੍ਰੋਸੈਸਿੰਗ, ਟਾਈਮ ਸ਼ੇਅਰਿੰਗ ਤੇ ਮਲਟੀ ਪ੍ਰੋਗਰਾਮਿੰਗ ਆਪਰੇਟਿੰਗ ਸਿਸਟਮ। ਇਹ ਆਪਾਂ ਡਿਟੇਲ ਦੇ ਵਿੱਚ ਅੱਗੇ ਪੜਾਂਗੇ ਆਪਰੇਟਿੰਗ ਸਿਸਟਮ ਦੇ ਟਾਈਪਸ ਦੇ ਵਿੱਚ
टाइम शेयरिंग की है, मल्टी प्रोग्रामिंग की है, ये दोनों आपस ਦੇ ਵਿੱਚ ਕਿਵੇਂ ਡਿਫਰੈਂਸ਼ੀਏਟ ਕਰਦੇ हैं ਬਟ ਡਿਟੇਲ ਦੇ ਵਿੱਚ ਕਰਾਂਗੇ। ਤੇ ਬਾਈ ਚਾਂਸ ਅਗਰ ਤੁਹਾਨੂੰ ਇਹਦੇ ਵਿੱਚ ਕੋਈ ਵੀ ਡਾਊਟ ਹੈ ਤੁਸੀਂ ਕਮੈਂਟਸ ਦੇ ਵਿੱਚ ਲਿਖ ਸਕਦੇ ਹੋ। ਆਈ ਵਿਲ ਕਲੈਰੀਫਾਈ ਆਲ ਯੂਅਰ ਡਾਊਟਸ। ਓਕੇ, ਤਾਂ ਨੈਕਸਟ ਆਇਆ ਆਪਣੇ ਕੋਲ 4th ਜਨਰੇਸ਼ਨ ਕੰਪਿਊਟਰਸ, ਦੈਟ ਇਜ਼ ਚੌਥੀ ਪੀੜ੍ਹੀ ਦੇ ਕੰਪਿਊਟਰ। ਹੁਣ 4th ਜਨਰੇਸ਼ਨ ਦੇ ਜੋ ਕੰਪਿਊਟਰ ਸੀ ਉਹ 1971 to 1980 ਦੇ ਵਿੱਚ ਯੂਜ਼ ਕੀਤੇ ਗਏ। ਇਹ ਕਿਹੜੀ ਟੈਕਨੋਲੋਜੀ ਬੇਸ ਹੈ? ਡਾਇਰੈਕਟ ਕੁਐਸਚਨ ਆ ਸਕਦਾ ਹੈ, ਦੈਟ ਇਜ਼ VLSI। ਇਹਦੀ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ, ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ। ਤੇ ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ ਕੀ ਹੈ ਕਿ ਇੱਕ ਚਿਪ ਹੈ ਜੋ ਕੰਟੇਨ ਕਰਦੀ ਹੈ ਮਿਲੀਅਨਸ ਆਫ ਟਰਾਂਜ਼ਿਸਟਰਸ ਤੇ ਅਦਰ ਸਰਕਿਟ ਦੇ ਐਲੀਮੈਂਟਸ। ਜਿਵੇਂ ਇਹਦੇ ਵਿੱਚ ਅਦਰ ਸਰਕਿਟ ਦੇ ਵਿੱਚ ਕੀ ਹੈ, ਰਜਿਸਟਰਸ ਹੈ, ਕੈਪੈਸਿਟਰਸ ਹੈ, ਠੀਕ ਹੈ। ਤੇ ਇੱਕ ਚਿਪ ਦੇ ਵਿੱਚ ਇਹ ਸਭ ਕੁਛ ਮਿਲੀਅਨਸ ਆਫ ਚੀਜ਼ਾਂ ਜੋ ਸਰਕਿਟਸ हैं वो समाइया हुई हैं, ठीक है। These chips made this generation computers more compact, powerful, fast and affordable। देखो जी, कंपैक्ट हो गया, पावरफुल ਹੁੰਦੇ ਹੀ ਜਾ ਰਹੇ हैं, ठीक है, फास्ट स्पीड है ਤੇ बहुत affordable, इसਨੂੰ कोई भी खरीद सकता है। This generation computer used a real-time time sharing and distributed operating system। The programming languages like C, C++, DBase were used in this generation। ਹੁਣ ਇਹਦੇ ਵਿੱਚ ਪ੍ਰੋਗਰਾਮਿੰਗ ਲੈਂਗੁਏਜਸ ਆ ਗਈਆਂ ਜਿਵੇਂ C, C++। ਇੱਕ ਵਾਰ ਆਈ ਗੈਸ ਨੈਟ ਦੇ ਵਿੱਚ ਕੁਐਸਚਨ ਆਇਆ ਸੀ ਕਿ C++ ਲੈਂਗੁਏਜ ਇਜ਼ ਕੰਸਰਨ ਵਿਦ ਜਨਰੇਸ਼ਨ ਆਫ ਕੰਪਿਊਟਰਸ, ਤੇ ਇਹਦਾ ਆਪਣਾ ਆਨਸਰ ਕੀ ਰਹੇਗਾ? 4th ਜਨਰੇਸ਼ਨ ਦੇ ਨਾਲ ਡੀਲ ਕਰਦੀ ਹੈ। 4th ਜਨਰੇਸ਼ਨ ਦੇ ਨਾਲ ਆਪਣੀ ਜੋ C++ ਪ੍ਰੋਗਰਾਮਿੰਗ ਲੈਂਗੁਏਜ ਹੈ ਉਹਦੇ ਨਾਲ ਰਿਲੇਟ ਕਰ ਰਹੀ ਹੈ। ਤੇ ਇਹਦੇ ਵਿੱਚ ਕਿਹੜੇ ਕਿਹੜੇ ਕੰਪਿਊਟਰ ਪਪੂਲਰ ਹੋਏ ਹੈ? DEC 10, Star 1000, PDP 11, Cray 1 सुपर कंप्यूटर एंड Cray XMP। Cray 1 सुपर कंप्यूटर ਤੁਹਾਨੂੰ याद करना इंपॉर्टेंट है, ठीक है। ये कई बार मैचिंग ਵਿੱਚ ਵੀ ਆਉਂਦਾ है। Cray 1 इज दैट इज सुपर कंप्यूटर ਦੀ ਕੈਟੇਗਰੀ ਦੇ ਨਾਲ ਡੀਲ ਕਰਦਾ ਹੈ, ठीक है। ਆਪਾਂ ਨੈਕਸਟ ਲੈਕਚਰ ਦੇ ਵਿੱਚ ਸੁਪਰ ਕੰਪਿਊਟਰ ਬਾਰੇ ਵੀ ਗੱਲ ਕਰਾਂਗੇ ਕਿ ਸੁਪਰ ਕੰਪਿਊਟਰ ਨਾਰਮਲ ਕੰਪਿਊਟਰ ਤੋਂ ਕਿਵੇਂ ਡਿਫਰੈਂਟ ਹੈ, ਉਹਦੇ ਵਿੱਚ ਕੀ ਕੀ ਸਪੈਸ਼ਲਿਟੀਜ਼ ਹੈ, ਓਕੇ। The last generation, that is the 5th generation computer। In 5th generation the time duration ਸੀ 1981 ਤੋਂ till ਹੁਣ ਤੱਕ ਜੋ ਵੀ ਕੰਪਿਊਟਰਸ ਡਿਵੈਲਪ ਹੋਏ ਹੈ ਉਹ 5th generation ਦੇ ਅੰਦਰ ਆਉਂਦੇ ਹੈ। ਇਹ ਕੀ ਯੂਜ਼ ਕਰਦੇ ਹੈ? ULSI ਟੈਕਨੋਲੋਜੀ, that is ultra large scale integration। ਦੇਖੋ ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ ਨੂੰ ਆਪਾਂ ਰਿਪਲੇਸ ਕਿਹਦੇ ਨਾਲ ਕੀਤਾ? ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ। ਇਹਦੀ ਫੁੱਲ ਫਾਰਮ ਬੜੀ ਇੰਪੋਰਟੈਂਟ ਹੈ, ULSI stands for ultra large scale integration। It made possible the production of microprocessor chips with 10 million electronic components। ਦੇਖੋ ਉਹਦੇ ਵਿੱਚ ਸਿਰਫ ਮਿਲੀਅਨ ਦੀ ਗੱਲ ਕਰ ਰਿਹਾ ਸੀ, ਇਹਦੇ ਵਿੱਚ ਕੀ ਹੈ 10 ਮਿਲੀਅਨ ਜੋ ਇਲੈਕਟ੍ਰੋਨਿਕ ਕੰਪੋਨੈਂਟ ਸੀ ਉਸਨੂੰ ਇੱਕ ਚਿਪ ਦੇ ਵਿੱਚ ਆਪਾਂ ਨੇ ਪ੍ਰੋਡਿਊਸ ਕੀਤਾ। This generation computer uses a parallel processing hardware and AI software। ਦੇਖੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦਾ ਹੈ 5th ਜਨਰੇਸ਼ਨ ਕੰਪਿਊਟਰ। ਤੁਸੀਂ ਦੇਖੋ ਤੁਹਾਡੇ ਫੋਨ ਦੇ ਵਿੱਚ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਵੇਂ ਕੰਮ ਕਰਦਾ ਹੈ। ਯੂ ਜਸਟ ਸੇ ਸਿਰੀ ਕਾਲ ਦਿਸ ਨੰਬਰ, ਤੇ ਉਹ ਤੁਹਾਡੀ ਆਵਾਜ਼ ਸੁਣ ਕੇ ਸਿਰੀ ਕੀ ਕਰੇਗੀ? ਰਿਸਪੌਂਡ ਕਰਦੀ ਹੈ। ਆ ਕੀ ਹੈ? ਆਰਟੀਫਿਸ਼ੀਅਲ ਇੰਟੈਲੀਜੈਂਸ। ਦੇਖੋ ਬੇਸਿਕਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਕੀ ਹੈ ਕਿ ਹਿਊਮਨ ਦੇ ਲੈਵਲ ਤੇ ਆ ਕੇ ਸੋਚਣਾ। ਇਹਦੇ ਲਈ ਮਲਟੀਪਲ ਐਲਗੋਰਿਦਮ ਬਣਾਏ ਗਏ ਹੈ ਜੋ ਸੋਚेंगे ਕਿ ਅਗਰ ਐਸਾ ਹੈ ਤਾਂ ਐਸਾ ਕਰ ਦਿੱਤਾ ਜਾਵੇ। ਜਿਵੇਂ ਸਪੋਜ਼ ਕਰੋ ਕਿ ਤੁਸੀਂ ਚੈਸ ਗੇਮ ਪਲੇ ਕਰ ਰਹੇ ਹੋ ਕੰਪਿਊਟਰ ਦੇ ਨਾਲ, ਦੇਖੋ ਤੁਹਾਡੀ ਮੂਵਮੈਂਟ ਦੇ ਅਕੋਰਡਿੰਗ ਹੀ ਹੈ ਕੰਪਿਊਟਰ ਨੈਕਸਟ ਮੂਵ ਕਰਦਾ ਹੈ, ਠੀਕ ਹੈ। ਤੇ ਉਹ ਪ੍ਰੋਪਰ ਇੱਕ ਐਲਗੋਰਿਦਮ ਡਿਵੈਲਪ ਕੀਤਾ ਗਿਆ ਹੈ ਕਿ ਉਹਦੇ ਵਿੱਚ ਲਿਖਿਆ ਹੈ ਕਿ ਜੇਕਰ ਇਹ ਵਾਲਾ ਆਪਾਂ ਨੇ ਮੂਵ ਕੀਤਾ, ਠੀਕ ਹੈ, ਤੇ ਇਹਦਾ ਨੈਕਸਟ ਇਹਦੇ ਰਿਟਰਨ ਦੇ ਵਿੱਚ ਮੈਨੇ ਕੀ ਮੂਵ ਲੈਣਾ ਹੈ, ਠੀਕ ਹੈ। ਤੇ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਅੰਦਰ ਹੀ ਕੰਮ ਕਰ ਰਿਹਾ ਹੈ। ਜਿਵੇਂ ਤੁਸੀਂ ਸਰਚ ਕਰਨਾ ਸੋਫੀਆ ਰੋਬੋਟ ਦੇ ਬਾਰੇ ਵਿੱਚ, ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਡ ਰੋਬੋਟ ਹੈ ਜੋ ਪ੍ਰੋਪਰ ਹਿਊਮਨ ਦੇ ਨਾਲ ਇੰਟਰੈਕਟ ਕਰਦੀ ਹੈ। ਇਵਨ ਉਹ ਮਜ਼ਾਕ ਵੀ ਕਰੇਗੀ ਰੋਬੋਟ ਹਿਊਮਨਸ ਦੇ ਨਾਲ, ਠੀਕ ਹੈ। IIT ਬੰਬੇ ਦੇ ਵਿੱਚ ਇਹਦਾ ਇੱਕ ਬੜਾ ਹੀ ਇੰਟਰੈਕਟਿਵ ਸੈਸ਼ਨ ਹੋਇਆ ਸੀ, ਤੁਸੀਂ ਵਾਚ ਕਰ ਸਕਦੇ ਹੋ ਉਸਨੂੰ। The programming language used in the generation was C, C++, Java, .NET, etc। देखो एडवांसमेंट आ रही है, ठीक है ना। Java, .NET ਆਪਾਂ यूज कर रहे हैं। Some of the popular 5th generation computers are desktop है, ठीक है, डेस्कटॉप कंप्यूटर यूज कर रहे हो, लैपटॉप है, नोटबुक है, अल्ट्रा बुक है एंड क्रोम बुक है, ओके। ਹੁਣ ਇਹ ਚਾर्ट है ना, ये चार्ट बड़ा इंपॉर्टेंट है, इस तो बड़े सारे क्वेश्चंस ਤੁਸੀਂ ਸੋਲਵ ਕਰ ਸਕਦੇ ਹੋ ਯੂਜ਼ ਕਰਕੇ, ਠੀਕ ਹੈ। ਹੁਣ ਦੇਖੋ ਦ ਵੈਰੀ ਫਸਟ
जो अपने को क्वेश्चन आता है टेक्नोलॉजीज, जिਵੇਂ फर्स्ट जनरेशन कंप्यूटर की यूज़ करते हैं अपना वैक्यूम ट्यूब्स, ठीक है, सेकेंड जनरेशन ट्रांजिस्टर, थर्ड आईसीज, फोर्थ LSI लार्ज स्केल इंटीग्रेशन और वेरी लार्ज स्केल इंटीग्रेशन, ਤੇ ਫਿਫਥ ਵਾਲਾ ਕੀ ਕਰਿਆ ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ। ਇੱਥੋਂ ਦੇ ਕੁਐਸਚਨ ਆਉਂਦੇ ਪੱਕਾ ਚਾਂਸਸ ਹੁੰਦੇ ਆ, ਠੀਕ ਹੈ, ਤਾਂ ਇਹ ਬਹੁਤ ਇੰਪੋਰਟੈਂਟ ਹੈ। ਹੁਣ ਇਹ ਕੀ ਯੂਜ਼ ਕਰ ਰਿਹਾ ਮੇਨ ਮੈਮਰੀ ਦੇ ਵਿੱਚੋਂ ਮੈਗਨੈਟਿਕ ਡਰਮ, ਤੇ ਸੈਕਿੰਡ ਜਨਰੇਸ਼ਨ ਰੈਮ ਤੇ ਰੋਮ ਯੂਜ਼ ਕਰ ਰਹੇ ਆ, ਥਰਡ ਜਨਰੇਸ਼ਨ ਦੇ ਵਿੱਚ ਪੀ ਰੋਮ ਤੇ ਡੀ ਰੈਮ ਯੂਜ਼ ਹੋ ਰਿਹਾ ਹੈ, ਫੋਰਥ ਦੇ ਵਿੱਚ EEPROM ਤੇ SRAM, ਤੇ ਦਿਸ ਇਜ਼ ਪੀ ਰੋਮ SI NDI MM, ਠੀਕ ਹੈ, ਤੇ ਇਹ ਵੀ ਇੰਪੋਰਟੈਂਟ ਕੁਐਸਚਨ ਹੁੰਦਾ ਹੈ। ਤੇ ਐਕਸਟਰਨਲ ਸਟੋਰੇਜ ਦੇ ਵਿੱਚੋਂ ਇਹ ਯੂਜ਼ ਕਰਦੇ ਆ ਪੰਚ ਕਾਰਡ, ਸੈਕਿੰਡ ਜਨਰੇਸ਼ਨ ਮੈਗਨੈਟਿਕ tapes, this is tapes, and magnetic disk, this is the improved, that is floppy disk use ਕਰਨ ਲੱਗ ਗਏ, ਇਹ floppy ਤੇ hard disk, ਤੇ ਹੁਣ ਆਪਾਂ ਕੀ ਯੂਜ਼ ਕਰਦੇ ਆ modified magnetic and optical disk। ਇਨਪੁਟ ਆਊਟਪੁਟ ਡਿਵਾਈਸਿਸ ਦੇ ਵਿੱਚ ਕੀ ਫਰਸਟ ਜਨਰੇਸ਼ਨ ਦੇ ਵਿੱਚ ਪੰਚ ਕਾਰਡ ਤੇ ਪੇਪਰ ਯੂਜ਼ ਕੀਤਾ ਜਾਂਦਾ ਸੀ, ਸੈਕਿੰਡ ਜਨਰੇਸ਼ਨ ਦੇ ਵਿੱਚ ਮੈਗਨੈਟਿਕ ਟੇਪ, ਪੰਚ ਕਾਰਡ, ਪੇਪਰ ਯੂਜ਼ ਕਰਦੇ ਸੀ ਆਪਾਂ ਆਊਟਪੁੱਟ ਲੈਣ ਦੇ ਲਈ। ਦੇਖੋ ਥਰਡ ਜਨਰੇਸ਼ਨ ਦੇ ਵਿੱਚ ਨਾ ਕੀਬੋਰਡ ਇਨਪੁਟ ਦੇ ਲਈ ਯੂਜ਼ ਹੋ ਗਿਆ, ਜੋ ਆਪਾਂ ਯੂਜ਼ ਕਰਦੇ ਹਾਂ ਟਿਲ ਦ ਡੇਟ ਨਾਓ, ਠੀਕ ਹੈ, ਤੇ ਮੋਨੀਟਰ ਨੂੰ ਆਪਾਂ ਆਊਟਪੁੱਟ ਦੇ ਲਈ ਯੂਜ਼ ਕਰ ਰਹੇ ਸੀ। ਤੇ ਫੋਰਥ ਜਨਰੇਸ਼ਨ ਦੇ ਵਿੱਚ ਸਿੰਪਲ ਮੋਨੀਟਰ ਆਊਟਪੁੱਟ ਦੇ ਲਈ ਯੂਜ਼ ਕੀਤਾ ਜਾ ਰਿਹਾ ਹੈ। ਹੁਣ ਦੇਖੋ ਕੀ ਹੈ, ਕੀਬੋਰਡ ਯੂਜ਼ ਕੀਤਾ ਜਾ ਰਿਹਾ ਹੈ, ਪੁਆਇੰਟਿੰਗ ਡਿਵਾਈਸ, ਜਿਵੇਂ ਮੇਰਾ ਕੋਈ ਪੁਆਇੰਟਿੰਗ ਪੈਨ ਹੈ, ਪੈਨ ਯੂਜ਼ ਕਰ ਰਹੀ ਹਾਂ ਮੈਂ, ਸਟਾਈਲਿਸ, ਠੀਕ ਹੈ, ਸਕੈਨਰ ਦੇ ਨਾਲ ਮੈंने ਇਨਪੁਟ ਦਿੱਤੀ, ਤੇ ਮੋਨੀਟਰ ਕੀ ਹੈ ਮੇਨ ਆਊਟਪੁੱਟ ਦੇ ਲਈ ਯੂਜ਼ ਕੀਤਾ ਜਾ ਰਿਹਾ ਹੈ। ਦੇਖੋ ਲੈਂਗੁਏजेस ਦੇ ਉੱਪਰ ਕੁਐਸਚਨ ਆ ਸਕਦਾ ਹੈ ਕਿ ਫਰਸਟ ਜਨਰੇਸ਼ਨ ਕੰਪਿਊਟਰ ਕੀ ਯੂਜ਼ ਕਰਦੇ ਸੀ ਲੋ ਲੈਵਲ, ਦੈਟ ਇਜ਼ ਮਸ਼ੀਨ ਲੈਵਲ ਲੈਂਗੁਏजेस, ਸੈਕਿੰਡ ਜਨਰੇਸ਼ਨ ਦੇ ਵਿੱਚ ਆਪਾਂ ਯੂਜ਼ ਕਰਦੇ ਸੀ ਅਸੈਂਬਲੀ ਲੈਂਗੁਏਜ, ਕੁਝ ਹਾਈ ਲੈਵਲ ਲੈਂਗੁਏजेस ਆਏ ਜਿਵੇਂ ਕਿ ਬੇਸਿਕ, ਕਬੋਲ, ਫੋਰਟਰਨ, ਤੇ ਥਰਡ ਜਨਰੇਸ਼ਨ ਦੇ ਵਿੱਚ ਕੀ ਹੈ ਕੁਝ ਹਾਈ ਲੈਵਲ ਲੈਂਗੁਏजेस ਨੂੰ ਆਪਾਂ ਨੇ ਡਿਵੈਲਪ ਕੀਤਾ। ਫੋਰਥ ਦੇ ਵਿੱਚ ਕੀ ਆਇਆ ਲੈਂਗੁਏਜ ਐਂਡ ਐਪਲੀਕੇਸ਼ਨ ਸੌਫਟਵੇਅਰਸ ਡਿਵੈਲਪ ਹੋਣੇ ਸਟਾਰਟ ਹੋਏ। ਤੇ ਫਿਫਥ ਜਨਰੇਸ਼ਨ ਕੰਪਿਊਟਰ ਇਜ਼ ਟੋਟਲੀ ਬੇਸਡ ਔਨ ਆਰਟੀਫਿशियल इंटेलिजेंस एंड एक्सपर्ट सिस्टम, दिस इज़ वेरी इंपॉर्टेंट, ठीक है, क्योंकि AI आर्टिफिशियल इंटेलिजेंस बहुत हॉट टॉपिक है। ऑपरेटिंग सिस्टम फर्स्ट जनरेशन ਦੇ ਵਿੱਚ ਕੋਈ ऑपरेटिंग सिस्टम ਸੀਗਾ ਨਹੀਂ, ਸੈਕਿੰਡ ਦੇ ਵਿੱਚ ਕੀ ਹੈ ਹਿਊਮਨ ਹੈਂਡਲ ਦਾ ਪੰਚ ਕਾਰਡ ਯੂਜ਼ ਕਰਕੇ ਕੋਈ ਆਪਰੇਸ਼ਨ ਕੀਤਾ ਜਾਂਦਾ ਸੀ, ਥਰਡ ਦੇ ਵਿੱਚ ਹੈ ਕੰਪਲੀਟ ऑपरेटिंग सिस्टम वर इंट्रोड्यूस। देखो थर्ड जनरेशन तो ही मेन डिवेलपमेंट होनी स्टार्ट हुई, ਇਹਦੇ ਵਿੱਚ ऑपरेटिंग सिस्टम बनाया गया। फोर्थ ਦੇ ਵਿੱਚ ਉਸਨੇ डोस ਤੇ PC डोस बनाया, ਤੇ ਫਿਫਥ ਦੇ ਵਿੱਚ ਆਪਾਂ ਕੀ ਯੂਜ਼ ਕਰ ਰਹੇ ਹਾਂ ਗ੍ਰਾਫਿਕਲ ਯੂਜ਼ਰ ਇੰਟਰਫੇਸ ਬੇਸਡ ऑपरेटिंग सिस्टम, ਜਿਵੇਂ ਆਪਣਾ ਵਿੰਡੋਜ਼ ਦਾ ऑपरेटिंग सिस्टम ਹੈ ਜੋ ਆਪਾਂ ਬੜੀ ਫ੍ਰੀਕੁਐਂਟਲੀ ਯੂਜ਼ ਕਰਦੇ ਹਾਂ, मैक ऑपरेटिंग सिस्टम ਯੂਜ਼ ਕਰਦੇ ਹਾਂ। ਸਾਈਜ਼ ਦੇਖੋ ਸਾਈਜ਼ ਕੀ ਹੋ ਰਿਹਾ ਹੈ ਬਹੁਤ ਬੜੇ ਰੂਮ ਜਿੰਨੇ ਕੰਪਿਊਟਰ ਤੋਂ ਲੈ ਕੇ ਆਪਣੇ ਪੋਕਟ ਦੇ ਵਿੱਚ ਜੋ ਫੋਨ ਤੱਕ ਦੇ ਕੰਪਿਊਟਰ ਤੱਕ ਦੇਖੋ ਕਿੰਨੀ ਐਡਵਾਂਸਮੈਂਟ ਆਈ, ਸਾਈਜ਼ ਵਿੱਚ ਕਿੰਨਾ ਰਿਡਕਸ਼ਨ ਆਇਆ। ਤਾਂ ਉਹ ਕਹਿ ਰਹੇ ਮੇਨ ਫਰੇਮ ਯੂਜ਼ ਕੀਤਾ ਜਾਂਦਾ ਸੀ, ਆ ਵੀ ਮੇਨ ਫਰੇਮ ਸੀਗਾ, ਫਿਰ ਮਿਨੀ ਕੰਪਿਊਟਰ ਆਇਆ, ਫਿਰ ਮਾਈਕਰੋ ਆਇਆ, ਤੇ ਫਿਰ ਹੁਣ ਆਪਣੇ ਕਿੰਨਾ ਹੈ ਬਹੁਤ ਹੀ ਛੋਟੇ ਜਿਸਨੂੰ ਆਪਾਂ ਪਾਮ ਟੌਪ ਵੀ ਕਹਿੰਦੇ ਹਾਂ, ਪੋਕਟ ਸਾਈਜ਼ ਜਿੰਨਾ ਫੋਨ, ਠੀਕ ਹੈ, ਪੋਕਟ ਸਾਈਜ਼ ਦੇ ਵਿੱਚ ਜਿੰਨਾ ਕੰਪਿਊਟਰ, ਦੈਟ ਇਜ਼ ਯੂਅਰ ਸਮਾਰਟਫੋਨ, ਠੀਕ ਹੈ, ਬਹੁਤ ਜ਼ਿਆਦਾ ਸਾਈਜ਼ ਰਿਡਿਊਸ ਹੋਇਆ। ਹੁਣ ਜੋ ਇਹ ਟਰਮਸ ਤੁਸੀਂ ਦੇਖ ਰਹੇ ਹੋ ਨਾ ਮੇਨ ਫਰੇਮ, ਠੀਕ ਹੈ, ਇਹ ਵੀ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ ਜਿੱਥੇ ਆਪਾਂ ਟਾਈਪਸ ਆਫ ਕੰਪਿਊਟਰਸ ਦੇ ਬਾਰੇ ਵਿੱਚ ਗੱਲ ਕਰਾਂਗੇ, ਤੁਹਾਨੂੰ ਇਹ ਸਭ ਚੀਜ਼ਾਂ ਉੱਥੇ ਕਲੀਅਰ ਹੋ ਜਾਣਗੀਆਂ। ਤੇ ਜਿਵੇਂ ਜਿਵੇਂ ਲੈਕਚਰ ਕੰਟੀਨਿਊਟੀ ਦੇ ਵਿੱਚ ਆਏਗਾ ਤੁਹਾਨੂੰ ਕੰਪਿਊਟਰਸ ਦੀ ਹਰ ਇੱਕ ਟਰਮ ਔਰ ਟਰਮੀਨੋਲੋਜੀ ਦੇ ਬਾਰੇ ਵਿੱਚ ਕਲੈਰੀਫਿਕੇਸ਼ਨਸ ਆਉਂਦੀਆਂ ਜਾਣਗੀਆਂ। ਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗਾ ਲੱਗਿਆ ਤੇ ਕਮੈਂਟ ਕਰਿਓ, ਸ਼ੇਅਰ ਕਰਿਓ ਆਪਣੇ ਫਰੈਂਡਸ ਦੇ ਨਾਲ, ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ ਸੋ ਮਚ ਫॉर ਵਾਚਿੰਗ।